ਵੈਲਕਮ ਫਰੈਂਡਸ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕਰਨ ਜਾ ਰਹੇ ਹਾਂ ਜੀ ਐਂਟੀਟੀ ਪ੍ਰੀਵੀਅਸ ਪੇਪਰ ਰਾਜਸਥਾਨ 2013 ਦਾ ਥਰਡ ਪਾਰਟ। ਬਹੁਤ ਹੀ ਇੰਪੋਰਟੈਂਟ ਕੁਐਸਚਨਸ ਨੇ, ਪਲੀਜ਼ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ। ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਲੇ ਦੋ ਪਾਰਟ ਦੇਖਣਾ ਚਾਹੁੰਦੇ ਹੋ ਤਾਂ ਉਸ ਦਾ ਜਿਹੜਾ ਲਿੰਕ ਹੈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ ਜੀ, ਉਸ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਆਓ ਸ਼ੁਰੂ ਕਰਦੇ ਹਾਂ ਜੀ। ਆਪਣਾ 61th ਕੁਐਸਚਨ ਹੈ ਜੀ, ਦੀ ਅਬਿਲਿਟੀ ਆਫ ਬਿਹੇਵ ਇਨ ਅ ਸੋਸ਼ਲੀ ਅਪਰੂਵਡ ਵੇ ਇਜ਼। ਸਮਾਜਿਕ ਤੌਰ 'ਤੇ ਮਨਜ਼ੂਰ ਵਿਵਹਾਰ ਕਰਨ ਦੀ ਯੋਗਤਾ ਨੂੰ ਕੀ ਕਿਹਾ ਜਾਂਦਾ ਹੈ ਜੀ, ਆਪਾਂ ਨੇ ਦੱਸਣਾ ਹੈ। ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਏ, ਸੋਸ਼ਲ ਡਿਵੈਲਪਮੈਂਟ ਕਿਹਾ ਜਾਂਦਾ ਹੈ ਜੀ, ਸਮਾਜਿਕ ਵਿਕਾਸ ਕਿਹਾ ਜਾਂਦਾ ਹੈ ਸਮਾਜਿਕ ਤੌਰ 'ਤੇ ਮਨਜ਼ੂਰ ਵਿਵਹਾਰ ਕਰਨ ਦੀ ਯੋਗਤਾ ਨੂੰ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਡਿਵੈਲਪਮੈਂਟ ਆਫ ਔਰਲ ਐਕਸਪ੍ਰੈਸ਼ਨ ਆਫ ਦਾ ਚਾਈਲਡ ਵਿਦ ਦਾ ਹੈਲਪ ਆਫ ਕਨਵਰਸੇਸ਼ਨ, ਸਟੋਰੀ ਟੈਲਿੰਗ, ਪਿਕਚਰ ਰੀਡਿੰਗ ਪ੍ਰਾਇਮਰਲੀ ਹੈਲਪਸ ਇਨ। ਹਾਂਜੀ, ਕਨਵਰਸੇਸ਼ਨ ਦੇ ਨਾਲ, ਗੱਲਬਾਤ ਦੇ ਨਾਲ, ਸਟੋਰੀ ਟੈਲਿੰਗ ਕਹਾਣੀ ਸੁਣਾਉਣ ਦੇ ਨਾਲ, ਪਿਕਚਰ ਰੀਡਿੰਗ ਚਿੱਤਰ ਨੂੰ ਪੜ੍ਹਨ ਦੇ ਨਾਲ ਜਿਹੜਾ ਬੱਚੇ ਦਾ ਮੌਖਿਕ ਪ੍ਰਗਟਾਵੇ ਦਾ ਜਿਹੜਾ ਵਿਕਾਸ ਆ ਉਹ ਕਿਸ ਚੀਜ਼ ਦੇ ਵਿੱਚ ਮਦਦ ਕਰਦਾ ਹੈ ਜੀ, ਕਿਸ ਤਰ੍ਹਾਂ ਦੇ ਵਿਕਾਸ ਦੇ ਵਿੱਚ ਮਦਦ ਕਰਦਾ ਹੈ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਏ, ਲੈਂਗੁਏਜ ਡਿਵੈਲਪਮੈਂਟ, ਭਾਸ਼ਾ ਦੇ ਵਿਕਾਸ ਦੇ ਵਿੱਚ ਮਦਦਗਾਰ ਹੁੰਦਾ ਹੈ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਵਿਚ ਫੈਕਟਰਸ ਆਰ ਅਸੈਂਸ਼ੀਅਲ ਫॉर ਡਿਵੈਲਪਮੈਂਟ ਆਫ ਲੈਂਗੁਏਜ ਇਨ ਚਿਲਡਰਨ। ਹਾਂਜੀ, ਬੱਚਿਆਂ ਦੇ ਵਿੱਚ ਭਾਸ਼ਾ ਦੇ ਵਿਕਾਸ ਦੇ ਲਈ ਕਿਹੜੇ ਕਾਰਕ ਜ਼ਰੂਰੀ ਨੇ, ਇਹਨਾਂ ਦੇ ਵਿੱਚੋਂ ਕਿਹੜਾ ਕਾਰਕ ਜ਼ਰੂਰੀ ਹੈ ਜੀ ਭਾਸ਼ਾ ਦੇ ਵਿਕਾਸ ਲਈ ਬੱਚਿਆਂ ਵਿੱਚ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ, ਆਲ ਆਫ ਦੀ ਅਬਵ। ਸਾਰੇ ਹੀ ਕਾਰਕ ਜਿਹੜੇ ਜ਼ਰੂਰੀ ਨੇ ਜੀ, ਜਿਸ ਤਰ੍ਹਾਂ ਕਿ ਫਿਜ਼ੀਕਲ ਰੈਡੀਨੈਸ, ਸਰੀਰਕ ਤੌਰ 'ਤੇ ਬੱਚੇ ਦਾ ਤਿਆਰ ਹੋਣਾ, ਮੋਟੀਵੇਸ਼ਨ ਬੱਚੇ ਨੂੰ ਪ੍ਰੇਰਨਾ ਦੇਣਾ, ਅਤੇ ਗਾਈਡੈਂਸ ਉਸ ਦਾ ਮਾਰਗਦਰਸ਼ਨ ਕਰਨਾ। ਇਹ ਸਾਰੀਆਂ ਹੀ ਜਿਹੜੇ ਫੈਕਟਰ ਨੇ ਜ਼ਰੂਰੀ ਨੇ ਭਾਸ਼ਾ ਦੇ ਵਿਕਾਸ ਦੇ ਲਈ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਹਾਊ ਅ ਟੀਚਰ ਕੈਨ ਹੈਲਪ ਅ ਚਾਈਲਡ ਟੂ ਡਿਵੈਲਪ ਲੈਂਗੁਏਜ। ਬੱਚੇ ਦੀ ਭਾਸ਼ਾ ਦਾ ਵਿਕਾਸ ਕਰਨ ਦੇ ਲਈ ਅਧਿਆਪਕ ਕਿਵੇਂ ਮਦਦ ਕਰ ਸਕਦਾ ਹੈ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਏ, ਬਾਏ ਪ੍ਰੋਵਾਈਡਿੰਗ ਇੰਜੋਏਬਲ ਐਕਟੀਵਿਟੀਜ਼ ਔਰ ਰਿਵਾਰਡ। ਬੱਚੇ ਨੂੰ ਆਨੰਦਦਾਇਕ ਜਿਹੜੀਆਂ ਗਤੀਵਿਧੀਆਂ ਉਹ ਕਰਵਾ ਕੇ, ਅਤੇ ਜੇਕਰ ਬੱਚਾ ਵਧੀਆ ਯਾਨੀ ਕਿ ਰਿਸਪੌਂਸ ਦਿੰਦਾ ਹੈ ਤਾਂ ਉਸ ਨੂੰ ਰਿਵਾਰਡ ਜਿਹੜਾ ਉਹ ਪ੍ਰੋਵਾਈਡ ਕਰਕੇ ਦੇ ਕੇ ਤਾਂ ਉਹ ਭਾਸ਼ਾ ਦਾ ਜਿਹੜਾ ਵਿਕਾਸ ਹੈ ਇੱਕ ਅਧਿਆਪਕ ਕਰ ਸਕਦਾ ਹੈ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਵਿਚ ਟੀਚਿੰਗ ਏਡ ਇਜ਼ ਯੂਜ਼ ਟੂ ਡਿਵੈਲਪ ਲੈਂਗੁਏਜ ਸਕਿੱਲ ਇਨ ਚਿਲਡਰਨ। ਬੱਚਿਆਂ ਦੇ ਵਿੱਚ ਭਾਸ਼ਾ ਕੌਸ਼ਲ ਦਾ ਵਿਕਾਸ ਕਰਨ ਦੇ ਲਈ ਇਹਨਾਂ ਦੇ ਵਿੱਚੋਂ ਕਿਹੜੀ ਜਿਹੜੀ ਅਧਿਆਪਨ ਏਡ ਹੈ ਜੀ ਉਹ ਵਰਤੀ ਜਾ ਸਕਦੀ ਹੈ, ਆਪਾਂ ਨੇ ਦੱਸਣਾ ਹੈ ਜੀ ਅਧਿਆਪਨ ਸਮੱਗਰੀ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਏ, ਸਟੋਰੀ ਟੈਲਿੰਗ ਦਾ ਯੂਜ਼ ਕੀਤਾ ਜਾ ਸਕਦਾ ਹੈ ਜੀ ਬੱਚਿਆਂ ਦੇ ਵਿੱਚ ਭਾਸ਼ਾ ਕੌਸ਼ਲ ਦੇ ਵਿਕਾਸ ਦੇ ਲਈ ਇਹਨਾਂ ਦੇ ਵਿੱਚੋਂ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਇਨਫੈਂਟ ਅਟਰ ਦੇਅਰ ਫਸਟ ਵਰਡ ਅਰਾਊਂਡ। ਹਾਂਜੀ, ਲਗਭਗ ਕਦੋਂ ਇੱਕ ਸ਼ਿਸ਼ੂ ਹੈ ਜਿਹੜਾ ਆਪਣਾ ਪਹਿਲਾ ਸ਼ਬਦ ਬੋਲਦਾ ਹੈ, ਕਿਸ ਏਜ ਦੇ ਵਿੱਚ ਬੋਲਦਾ ਹੈ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ, 6 ਮੰਥਸ ਆਫ ਏਜ। 6 ਮਹੀਨਿਆਂ ਦੇ ਉਮਰ ਦੇ ਵਿੱਚ ਲਗਭਗ ਇੱਕ ਜਿਹੜਾ ਸ਼ਿਸ਼ੂ ਹੈ ਉਹ ਆਪਣਾ ਪਹਿਲਾ ਜਿਹੜਾ ਸ਼ਬਦ ਹੈ ਉਹ ਬੋਲਣ ਲੱਗਦਾ ਹੈ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਬੀ ਬਿਲਕੁਲ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਵੈਨ ਚਾਈਲਡ ਹੈਜ਼ ਡਿਫੀਕਲਟੀਜ਼ ਇਨ ਅੰਡਰਸਟੈਂਡਿੰਗ ਔਰ ਐਕਸਪ੍ਰੈਸਿੰਗ ਲੈਂਗੁਏਜ ਦੈਟ ਇਜ਼ ਕਾਲਡ। ਹਾਂਜੀ, ਜਦੋਂ ਭਾਸ਼ਾ ਨੂੰ ਪ੍ਰਗਟ ਕਰਨ ਜਾਂ ਉਸ ਨੂੰ ਸਮਝਣ ਦੇ ਵਿੱਚ ਬੱਚੇ ਨੂੰ ਮੁਸ਼ਕਿਲਾਂ ਆਉਂਦੀਆਂ ਨੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਜੀ ਇਹਨਾਂ ਦੇ ਵਿੱਚੋਂ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ, ਲੈਂਗੁਏਜ ਡਿਸੇਬਿਲਿਟੀ ਕਿਹਾ ਜਾਂਦਾ ਹੈ ਜੀ, ਭਾਸ਼ਾ ਵਿਕਲਾਂਗਤਾ ਕਿਹਾ ਜਾਂਦਾ ਹੈ। ਤਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਵਿਚ ਆਫ ਦਾ ਫੋਲੋਇੰਗ ਐਨਕਰੇਜ ਐਂਡ ਹੈਲਪਸ ਦਾ ਚਾਈਲਡ ਟੂ ਰਿਸਪੌਂਡ ਐਂਡ ਟਾਕ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਬੱਚੇ ਨੂੰ ਗੱਲਬਾਤ ਕਰਨ ਅਤੇ ਜਵਾਬ ਦੇਣ ਦੇ ਲਈ ਉਤਸ਼ਾਹਿਤ ਕਰਦਾ ਹੈ, ਆਪਾਂ ਨੇ ਦੱਸਣਾ ਹੈ ਜੀ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ, ਸਟੀਮੂਲੇਸ਼ਨ, ਜਿਸ ਨੂੰ ਉਕਸਾਹਟ ਕਿਹਾ ਜਾਂਦਾ ਹੈ ਜੀ। ਇਹ ਬੱਚੇ ਨੂੰ ਬੋਲਣ ਅਤੇ ਜਵਾਬ ਦੇਣ ਦੇ ਲਈ ਉਤਸ਼ਾਹਿਤ ਕਰਦਾ ਹੈ। ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ, ਦ ਫੈਕਟਰਸ ਵਿਚ ਫੇਵਰਸ ਦਾ ਡਿਵੈਲਪਮੈਂਟ ਆਫ ਲੈਂਗੁਏਜ ਸਕਿੱਲਸ ਇਨ ਚਿਲਡਰਨ ਆਰ। ਹਾਂਜੀ, ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਕਾਰਕ ਆ ਬੱਚੇ ਦੇ ਭਾਸ਼ਾ ਦੇ ਵਿਕਾਸ ਨੂੰ ਵਧਾਉਂਦਾ ਹੈ, ਦੱਸਣਾ ਹੈ ਆਪਾਂ ਨੇ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਡੀ, ਸਾਰੇ ਜਿਹੜੀਆਂ ਆਪਸ਼ਨਸ ਕਰੈਕਟ ਨੇ ਜੀ। ਭਾਸ਼ਾ ਦੇ ਵਿਕਾਸ ਨੂੰ ਵਧਾਉਣ ਵਾਲੇ ਜਿਹੜੇ ਹੈਗੇ ਨੇ ਜੀ, ਜਿਸ ਤਰ੍ਹਾਂ ਕਿ ਐਕਸਪੋਜ਼ਰ ਟੂ ਟੋਇਜ਼, ਸਟੋਰੀ ਬੁੱਕਸ, ਪਿਕਚਰਸ ਐਕਸੈਕਟਰਾ। ਬੱਚੇ ਨੂੰ ਟੋਇਜ਼, ਸਟੋਰੀ ਬੁੱਕਸ ਅਤੇ ਪਿਕਚਰਸ ਪ੍ਰੋਵਾਈਡ ਕਰਨਾ। ਇਸ ਤੋਂ ਇਲਾਵਾ ਉਸ ਨੂੰ ਮੌਕੇ ਦੇਣਾ ਜੀ ਗੁੱਡ ਕੁਆਲਿਟੀ ਜਿਹੜੀਆਂ ਸਟੋਰੀਜ਼ ਨੇ ਉਹ ਸੁਣਨ ਦੇ ਲਈ, ਸੌਂਗਸ ਸੁਣਨ ਦੇ ਲਈ। ਇਸ ਤੋਂ ਇਲਾਵਾ ਟੈਲੀਵਿਜ਼ਨ, ਪਪੇਟ ਸ਼ੋਜ਼ ਐਕਸੈਕਟਰਾ ਬੱਚੇ ਨੂੰ ਦੇਖਣਾ ਪ੍ਰੋਵਾਈਡ ਕਰਨਾ। ਇਹ ਸਾਰੀਆਂ ਹੀ ਜਿਹੜੀਆਂ ਚੀਜ਼ਾਂ ਨੇ
ਇਹ ਬੱਚੇ ਦੇ ਜਿਹੜੇ ਭਾਸ਼ਾ ਦੇ ਕੌਸ਼ਲ ਨੇ ਉਹਨਾਂ ਦੇ ਵਿਕਾਸ ਦੇ ਵਿੱਚ ਯੋਗਦਾਨ ਪਾਉਂਦੇ ਨੇ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਦ ਫਾਊਂਡੇਸ਼ਨ ਆਫ ਲਰਨਿੰਗ ਰੈਸਟਸ ਔਨ ਡਿਵੈਲਪਮੈਂਟ ਆਫ, ਹਾਂਜੀ ਜਿਹੜੀ ਸਿੱਖਣ ਦੀ ਨੀਂਹ ਆ ਉਹ ਕਿਸ ਦੇ ਵਿਕਾਸ 'ਤੇ ਹੈ, ਕਿਸ ਦੇ ਵਿਕਾਸ 'ਤੇ ਨਿਰਭਰ ਕਰਦੀ ਹੈ ਸਿੱਖਣ ਦੀ ਨੀਂਹ? ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਬੀ, ਜਿਹੜੀਆਂ ਆਪਣੀਆਂ 5 ਗਿਆਨ ਇੰਦਰੀਆਂ ਨੇ ਉਹਨਾਂ ਦੇ ਵਿਕਾਸ 'ਤੇ ਨਿਰਭਰ ਕਰਦੀ ਹੈ ਜੀ ਸਿੱਖਣ ਦੀ ਨੀਂਹ। 5 ਗਿਆਨ ਇੰਦਰੀ ਜਿਵੇਂ ਕਿ ਟੇਸਟ, ਸਮੈਲ, ਸਾਈਟ, ਹੀਅਰਿੰਗ ਐਂਡ ਟੱਚ। ਇਸ ਤਰ੍ਹਾਂ ਆਪਣੀ ਆਪਸ਼ਨ ਬੀ ਹੈ ਜਿਹੜੀ ਬਿਲਕੁਲ ਕਰੈਕਟ ਹੈ ਜੀ। ਟੇਸਟ ਯਾਨੀ ਕਿ ਸਵਾਦ, ਸਮੈਲ ਸੂੰਘਣਾ, ਸਾਈਟ ਦ੍ਰਿਸ਼ਟੀ ਅੱਖਾਂ ਦੀ ਰੋਸ਼ਨੀ, ਹੀਅਰਿੰਗ ਸੁਣਨਾ ਅਤੇ ਟੱਚ ਹੈ ਛੂਹਣਾ। ਇਸ ਤਰ੍ਹਾਂ ਇਹ 5 ਗਿਆਨ ਇੰਦਰੀਆਂ ਦੇ ਵਿਕਾਸ 'ਤੇ ਨਿਰਭਰ ਕਰਦੀ ਹੈ ਜੀ ਆਪਣੀ ਜਿਹੜੀ ਸਿੱਖਣ ਦੀ ਨੀਂਹ ਹੈ। ਇਸ ਤਰ੍ਹਾਂ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਲਰਨਿੰਗ ਪ੍ਰੋਸੈਸ ਐਟ ਪ੍ਰੀ ਸਕੂਲ ਸ਼ੁੱਡ ਮੇਨਲੀ ਇਨਵੋਲਵ, ਹਾਂਜੀ ਜਿਹੜੀ ਸਿੱਖਣ ਦੀ ਪ੍ਰਕਿਰਿਆ ਹੈ ਪ੍ਰੀ ਸਕੂਲ ਦੇ ਵਿੱਚ ਉਸ ਦੇ ਵਿੱਚ ਮੁੱਖ ਤੌਰ 'ਤੇ ਸ਼ਾਮਿਲ ਹੁੰਦਾ ਹੈ। ਇਹਨਾਂ ਦੇ ਵਿੱਚੋਂ ਕਿਹੜਾ ਸ਼ਾਮਿਲ ਹੁੰਦਾ ਹੈ ਜੀ ਮੁੱਖ ਤੌਰ 'ਤੇ? ਤਾਂ ਆਪਣਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ, ਏਜ ਸਪੈਸੀਫਿਕ ਡਿਵੈਲਪਮੈਂਟਲੀ ਐਪਰੋਪਰੀਏਟ ਐਕਟੀਵਿਟੀਜ਼। ਗਤੀਵਿਧੀਆਂ ਨੇ ਜਿਹੜੀਆਂ ਜੀ ਉਮਰ ਦੇ ਮੁਤਾਬਕ ਢੁਕਵੀਆਂ ਗਤੀਵਿਧੀਆਂ ਨੇ ਜਿਹੜੀਆਂ ਖਾਸ ਉਹ ਇਨਵੋਲਵ ਹੁੰਦੀਆਂ ਨੇ ਜੀ ਪ੍ਰੀ ਸਕੂਲ ਦੇ ਸਿੱਖਣ ਪ੍ਰਕਿਰਿਆ ਦੇ ਵਿੱਚ, ਲਰਨਿੰਗ ਪ੍ਰੋਸੈਸ ਦੇ ਵਿੱਚ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਦ ਬੇਸਿਕ ਪ੍ਰਿੰਸੀਪਲਸ ਆਫ ਔਰਗੇਨਾਈਜ਼ਿੰਗ ਪ੍ਰੀ ਸਕੂਲ ਐਕਟੀਵਿਟੀਜ਼ ਇਨਕਲੂਡਸ, ਹਾਂਜੀ ਪ੍ਰੀ ਸਕੂਲ ਦੇ ਜਿਹੜੇ ਗਤੀਵਿਧੀਜ਼ ਨੇ ਉਹਨਾਂ ਨੂੰ ਔਰਗੇਨਾਈਜ਼ ਕਰਨ ਦੇ ਵਿੱਚ ਜਿਹੜਾ ਮੂਲ ਸਿਧਾਂਤ ਹੈ ਜਿਹੜਾ ਉਹ ਕਿਹੜਾ ਹੈ ਦੱਸਣਾ ਹੈ ਜੀ ਇਹਨਾਂ ਦੇ ਵਿੱਚੋਂ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ, ਆਲ ਆਫ ਦੀ ਅਬਵ। ਸਾਰੀਆਂ ਆਪਸ਼ਨਸ ਕਰੈਕਟ ਨੇ ਜੀ। ਗਤੀਵਿਧੀਆਂ ਨੂੰ ਔਰਗੇਨਾਈਜ਼ ਕਰਨ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਜੀ ਲਰਨਿੰਗ ਬਾਏ ਡੂਇੰਗ, ਕਰਕੇ ਸਿੱਖਣਾ। ਇੰਡੀਵਿਜੂਅਲ ਅਟੈਂਸ਼ਨ, ਵਿਅਕਤੀਗਤ ਜਿਹੜਾ ਧਿਆਨ ਆ ਉਹ ਬੱਚੇ 'ਤੇ ਦਿੱਤਾ ਜਾ ਸਕੇ। ਇਸ ਤੋਂ ਇਲਾਵਾ ਰੀਇਨਫੋਰਸਮੈਂਟ ਆਫ ਲਰਨਿੰਗ ਐਕਟੀਵਿਟੀਜ਼, ਸਿੱਖਣ ਗਤੀਵਿਧੀਆਂ ਨੂੰ ਮੁੜ ਵਰਤੋਂ ਕਰਨਾ ਬੱਚੇ ਨੂੰ ਸਹੀ ਢੰਗ ਨਾਲ ਸਿਖਾਉਣ ਦੇ ਲਈ। ਇਸ ਤਰ੍ਹਾਂ ਇਹ ਸਾਰੀਆਂ ਇਹ ਜਿਹੜੇ ਪ੍ਰਿੰਸੀਪਲ ਨੇ, ਬੇਸਿਕ ਪ੍ਰਿੰਸੀਪਲ ਨੇ ਸਕੂਲ ਦੀਆਂ ਜਿਹੜੀਆਂ ਗਤੀਵਿਧੀਆਂ ਨੂੰ ਉਹਨਾਂ ਨੂੰ ਔਰਗੇਨਾਈਜ਼ ਕਰਨ ਦੇ ਲਈ ਇਹਨਾਂ ਨੂੰ ਧਿਆਨ 'ਚ ਰੱਖਣਾ ਪੈਂਦਾ ਹੈ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਅ ਗੁੱਡ ਆਂਗਣਵਾੜੀ ਵਰਕਰ ਇਜ਼ ਵਨ ਹੂ ਔਰਗੇਨਾਈਜ਼ਜ਼ ਦਾ ਪ੍ਰੀ ਸਕੂਲ ਐਕਟੀਵਿਟੀਜ਼, ਹਾਂਜੀ ਇੱਕ ਵਧੀਆ ਆਂਗਣਵਾੜੀ ਵਰਕਰ ਉਹ ਹੈ ਜੋ ਪ੍ਰੀ ਸਕੂਲ ਦੇ ਜਿਹੜੇ ਗਤੀਵਿਧੀਆਂ ਨੇ ਕਰਵਾਉਂਦਾ ਹੈ। ਕਿਸ ਢੰਗ ਨਾਲ ਕਰਵਾਉਂਦਾ ਹੈ? ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ, ਆਲ ਆਫ ਦੀ ਅਬਵ। ਜਿਹੜੀਆਂ ਆਪਸ਼ਨਸ ਨੇ ਬਿਲਕੁਲ ਕਰੈਕਟ ਨੇ ਜੀ। ਉਹ ਇਸ ਤਰ੍ਹਾਂ ਗਤੀਵਿਧੀਆਂ ਨੂੰ ਕਰਵਾਉਂਦਾ ਹੈ ਕਿ ਇਨ ਨਰਚਰਿੰਗ ਐਂਡ ਸਟੀਮੂਲੇਟਿੰਗ ਇਨਵਾਇਰਮੈਂਟ, ਗਤੀਵਿਧੀਆਂ ਨੂੰ ਬਹੁਤ ਹੀ ਵਧੀਆ ਉਕਸਾਹਟ ਭਰੇ ਵਾਤਾਵਰਨ ਦੇ ਵਿੱਚ ਉਹਨਾਂ ਨੂੰ ਔਰਗੇਨਾਈਜ਼ ਕਰਨਾ, ਪ੍ਰਬੰਧ ਕਰਨਾ ਉਹਨਾਂ ਦਾ। ਇਸ ਤੋਂ ਇਲਾਵਾ ਬਾਈ ਅਡੋਪਟਿੰਗ ਥੀਮ ਅਪਰੋਚ, ਵਿਸ਼ਾ ਜਿਹੜਾ ਅਧਿਆਪਨ ਵਿਧੀ ਹੈ, ਵਿਸ਼ਾ ਅਧਿਆਪਨ ਵਿਧੀ ਉਸ ਨੂੰ ਅਪਣਾ ਕੇ। ਇਸ ਤੋਂ ਇਲਾਵਾ ਬਾਈ ਮੇਨਟੇਨਿੰਗ ਕੰਟੈਕਟਸ ਵਿਦ ਪੇਰੈਂਟਸ, ਮਾਤਾ ਪਿਤਾ ਦੇ ਨਾਲ ਜਿਹੜੇ ਕੰਟੈਕਟ ਨੇ ਉਹਨਾਂ ਨੂੰ ਕਾਇਮ ਰੱਖਣਾ, ਸਮੇਂ ਸਮੇਂ 'ਤੇ ਬਣਾ ਕੇ ਰੱਖਣਾ। ਇਸ ਤਰ੍ਹਾਂ ਸਾਰੀਆਂ ਜਿਹੜੀਆਂ ਆਪਸ਼ਨਸ ਨੇ ਬਿਲਕੁਲ ਕਰੈਕਟ ਨੇ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਦ ਬੇਸਿਕ ਅਪਰੋਚ ਆਫ ਪ੍ਰੋਗਰਾਮ ਪਲੈਨਿੰਗ ਆਫ ਪ੍ਰੀ ਸਕੂਲ ਸ਼ੁੱਡ ਬੀ, ਹਾਂਜੀ ਪ੍ਰੀ ਸਕੂਲ ਦੇ ਜਿਹੜੇ ਕਾਰਿਕ੍ਰਮ ਯੋਜਨਾ ਦੇ ਵਿੱਚ ਬੁਨਿਆਦੀ ਜਿਹੜਾ ਵਿਧੀ ਹੈ ਉਹ ਕਿਹੜੀ ਹੋਣੀ ਚਾਹੀਦੀ ਹੈ? ਕਿਸ ਤਰ੍ਹਾਂ ਦਾ ਯਾਨੀ ਕਿ ਕਿਸ ਢੰਗ ਨਾਲ ਜਿਹੜੀ ਐਜੂਕੇਸ਼ਨ ਆ ਪ੍ਰੀ ਸਕੂਲ ਦੇ ਵਿੱਚ ਉਹ ਦਿੱਤੀ ਜਾਣੀ ਚਾਹੀਦੀ ਹੈ ਜੀ। ਤਾਂ ਆਪਣਾ ਰਾਈਟ ਆਨਸਰ ਹੈ ਜੀ ਨੋਨ ਫਾਰਮਲ, ਯਾਨੀ ਕਿ ਅਨਉਪਚਾਰਿਕ ਤਰੀਕੇ ਦੇ ਨਾਲ ਦਿੱਤੀ ਜਾਣੀ ਚਾਹੀਦੀ ਹੈ ਜਿਸ ਦੇ ਵਿੱਚ ਬੱਚਿਆਂ 'ਤੇ ਬਹੁਤ ਹੀ ਘੱਟ ਪਾਬੰਦੀਆਂ ਹੁੰਦੀਆਂ ਨੇ, ਉਹਨਾਂ ਨੂੰ ਖੁੱਲ੍ਹਾ ਜਿਹੜਾ ਵਾਤਾਵਰਨ ਆ ਉਹ ਦਿੱਤਾ ਜਾਂਦਾ ਐਜੂਕੇਸ਼ਨ ਦੇ ਲਈ। ਇਸ ਤਰ੍ਹਾਂ ਆਪਣੀ ਆਪਸ਼ਨ ਬੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਇਨ ਪ੍ਰੀ ਸਕੂਲ ਈਚ ਐਕਟੀਵਿਟੀ ਹੈਜ਼ ਟੂ ਬੀ ਪਲੈਨਡ ਫॉर ਅ ਮਿਨੀਮਮ ਡਿਊਰੇਸ਼ਨ ਆਫ, ਹਾਂਜੀ ਕਿੰਨੇ ਸਮੇਂ ਦੇ ਲਈ ਪ੍ਰੀ ਸਕੂਲ ਦੇ ਵਿੱਚ ਜਿਹੜੀ ਇੱਕ ਗਤੀਵਿਧੀ ਆ ਉਹ ਪਲਾਨ ਕੀਤੀ ਜਾਣੀ ਚਾਹੀਦੀ ਹੈ, ਉਹਦਾ ਸਮਾਂ ਕਿੰਨਾ ਕੁ ਹੋਣਾ ਚਾਹੀਦਾ ਹੈ ਜੀ। ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ ਲੈਸ ਦੈਨ 20 ਮਿੰਟਸ, ਘੱਟੋ ਘੱਟ ਯਾਨੀ ਕਿ 20 ਮਿੰਟ ਤੋਂ ਘੱਟ ਹੋਣੀ ਚਾਹੀਦੀ ਹੈ ਜੀ ਇੱਕ ਪ੍ਰੀ ਸਕੂਲ ਦੇ ਵਿੱਚ ਜਿਹੜੀ ਹਰ ਇੱਕ ਗਤੀਵਿਧੀ ਆ, ਇਸ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਦ ਪ੍ਰੀ ਸਕੂਲ ਕਲਾਸਰੂਮ ਅਰੇਂਜਮੈਂਟ ਮਸਟ ਬੀ, ਹਾਂਜੀ ਇੱਕ ਪ੍ਰੀ ਸਕੂਲ ਦੇ ਵਿੱਚ ਕਲਾਸਰੂਮ ਦੀ ਜਿਹੜੀ ਅਰੇਂਜਮੈਂਟ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ? ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸੀ। ਦੋਨੇ ਆਪਸ਼ਨਸ ਬਿਲਕੁਲ ਕਰੈਕਟ ਨੇ ਜੀ, ਏ ਅਤੇ ਬੀ। ਫਲੈਕਸੀਬਲ ਹੋਣੀ ਚਾਹੀਦੀ ਆ ਟੂ ਐਡਜਸਟ ਲੈਸਨ ਪਲਾਨ ਐਂਡ ਐਕਟੀਵਿਟੀਜ਼, ਤਾਂ ਜੋ ਜਿਹੜੀਆਂ ਲੈਸਨ ਪਲਾਨ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਅਤੇ ਐਕਟੀਵਿਟੀਜ਼ ਦੇ ਅਕੋਰਡਿੰਗ। ਇਸ ਤੋਂ ਇਲਾਵਾ ਸ਼ੁੱਡ ਹੈਵ ਐਕਟੀਵਿਟੀ ਕੋਰਨਰਸ, ਜਿਹੜੇ ਐਕਟੀਵਿਟੀ ਕੋਰਨਰਸ ਨੇ ਉਹ ਹੋਣੇ ਚਾਹੀਦੇ ਨੇ ਜੀ ਇਸ ਦੇ ਵਿੱਚ, ਲਾਈਕ ਰੀਡਿੰਗ ਸਟੋਰੀ ਬੁੱਕਸ ਕੋਰਨਰ, ਡਰਾਮੈਟਿਕ ਪਲੇ ਕੋਰਨਰ। ਇਸ ਤਰ੍ਹਾਂ ਇਹ ਸਾਰੇ ਜਿਹੜੇ ਕੋਰਨਰਸ ਹੋਣੇ ਚਾਹੀਦੇ ਨੇ। ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ।
ट्रायल एंड एरर थ्योरी ऑफ लर्निंग वॉज फॉर्मूलेटेड बाय। हाँ जी, जी ट्रायल एंड एरर थ्योरी है ये किस द्वारा दी गई सी? सीखण की जी ट्रायल एंड एरर थ्योरी है ये किस द्वारा दी गई सी? तो अपना राइट आंसर है जी ऑप्शन सी, थॉर्नडाइक द्वारा दी गई सी जी ट्रायल एंड एरर थ्योरी। इस तरह अपनी ऑप्शन सी करैक्ट है जी। फ्रेंड्स अपना अगला प्रश्न है जी, कोलबर्ग थ्योरी ऑफ मॉरल डिवेलपमेंट हैज़ हाउ मैनी लैवल्स? हाँ जी, कोलबर्ग की जी थ्योरी आ मॉरल डिवेलपमेंट की इसके किन्ने लैवल ने? तो अपना इत्थे राइट आंसर 3 आएगा जी, इस ऑप्शन नहीं है। जेकर आप स्टेजेस की गल करिए इस दी जी कोलबर्ग की थ्योरी मॉरल डिवेलपमेंट की जी थ्योरी आ उसदियाँ स्टेजेस ने जड़ियाँ 6 ने जी, तो जोड़े लैवल ने 3 ने। इस तरह ये नोट करन योग है जी। क्वेश्चन के जोड़े ऑप्शनस ने वो रॉन्ग ने। अगला प्रश्न लेंदे हैं जी, रीइनफोर्समेंट थ्योरी वॉज गिवन बाय। हाँ जी, जी रीइनफोर्समेंट थ्योरी आ ये किस द्वारा दी गई सी जी? तो अपना राइट आंसर है जी ऑप्शन ए, BF स्किनर द्वारा दी गई सी जी ये थ्योरी। इस तरह ऑप्शन ए करैक्ट है जी। अगला प्रश्न लेंदे हैं जी, द रोल ऑफ द नर्सरी टीचर टू एनकरेज चिल्ड्रन फॉर एक्सप्रैशन ऑफ देयर फीलिंग्स एंड आइडियाज़ प्रमोट्स। हाँ जी, एक नर्सरी अध्यापक द्वारा बच्चों के जिहड़ियां भावनावां ने ते विचार ने उन्होंने प्रगट करन दे लई किहड़ी चीज़ है जिहड़ी हैल्पफुल है इन्हां दे विचों? तो अपना राइट आंसर है जी ऑप्शन ए, क्रिएटिव एक्सप्रैशन सिरजनात्मक प्रगटाव है जिहड़ा ये हैल्पफुल है जी। इस तरह अपनी ऑप्शन ए करैक्ट है जी। अगला प्रश्न लेंदे हैं जी, क्रिएटिव पोटैंशियल टू मच एक्सटेंट कैन बी प्रमोटड बाय। हाँ जी, बच्चों के विच जिहड़ी सिरजनात्मक योग्यता है उसनूं काफ़ी हद तक वधाया जा सकता है किस दे द्वारा? तो अपना सही उत्तर है जी ऑप्शन बी, स्टिमुलेटिंग एंड एनकरेजिंग इन्वायरमेंट, बच्चे नूं उकसाहट भरिया ते उत्साहित करने वाला जिहड़ा माहौल दे के। इस तरह अपनी ऑप्शन बी करैक्ट है जी। अगला प्रश्न लेंदे हैं जी, वन ऑफ द नर्सरी टीचर वॉज आस्किंग ओपन एंडेड क्वेश्चन टू द चाइल्ड टू स्टिमुलेट देयर इमैजीनेशन। हाँ जी, नर्सरी टीचर द्वारा बच्चे की इमैजीनेशन है जिहड़ा उसनूं उत्साहित करने दे लई उसनूं ओपन एंडेड क्वेश्चन जिहड़े पुट कीते जांदे ने, पूछे जांदे ने। कहण दा मतलब भी जिन्हां दे बहुत ज़्यादा आंसर हो सकते हैं, इस तरह के क्वेश्चन पुट कीते जांदे ने, जिवें कि इफ यू गॉट विंग्स कुड फ्लाई, जेकर तुहाडे खंभ होंदे तां तुसीं उड़ सकदे। इफ यू बिकेम टॉलर दैन योर फादर, जेकर तुसीं अपने पिता जी तो लंबे होंदे। इस तरह के जिहड़े क्वेश्चन ने वो पुट कीते जांदे ने तां जो बच्चे नूं कल्पना करन दे लई उत्साह भरिया माहौल दिता जा सके। सच अटैम्प्ट लीड्स टू डिवेलपमेंट ऑफ, इस तरह के जिहड़े कोशिशां ने किस तरह के विकास नूं करन दे लई कीतियां जांदियां ने जी। तां अपना राइट आंसर है जी ऑप्शन ए, क्रिएटिव थिंकिंग, बच्चे दे विच सिरजनात्मक जिहड़ी सोच आ उसनूं पैदा करन दे लई। इस तरह अपनी ऑप्शन ए करैक्ट है जी। अगला प्रश्न लेंदे हैं जी, ड्राइंग, कलरिंग एंड पेंटिंग एक्टिविटीज़ बाय चिल्ड्रन नॉट ओनली हैल्प्स दैम इन फाइन मोटर डिवेलपमेंट बट आल्सो प्रमोट्स। हाँ जी, बच्चों के विच जिहड़ी ड्राइंग है, कलरिंग है, पेंटिंग है, इस तरह की जिहड़ियां गतिविधियां ने वो इकल्ले फाइन मोटर डिवेलपमेंट दे विच ही हैल्पफुल नहीं हैं, सूक्ष्म मोटर विकास दे विच ही इकल्ले हैल्पफुल नहीं हैं, बाकी होर इन्हां दे विचों दसना है जी किस दे विच हैल्पफुल ने। तो अपना इस क्वेश्चन का राइट आंसर है जी ऑप्शन ए, डिवेलपमेंट ऑफ क्रिएटिव सैल्फ एक्सप्रैशन। इस दे द्वारा बच्चा जिहड़ा अपना रचनात्मक स्वयं प्रगटावा जिहड़ा उसका भी विकास कर सकता है जी। इस तरह अपनी ऑप्शन ए करैक्ट है जी। अगला प्रश्न लेंदे हैं जी, चाइल्ड क्रिएटिव एक्सप्रैशनस आर इनफ्लुएंसड बाय। हाँ जी, जिहड़ा बच्चे का सिरजनात्मक प्रगटाव ने जिहड़े बच्चे दे ਉਹ ਇਹਨਾਂ ਦੇ ਵਿੱਚੋਂ किस द्वारा प्रभावित ਹੁੰਦੇ ਨੇ? ਤਾਂ अपना सही उत्तर है जी ऑप्शन सी, बोथ सोशल इन्वायरमेंट एंड चाइल्ड परसनैलिटी, दोवां तो ही प्रभावित होंगे ने जी, समाजिक वातावरण तो अते बच्चे की शख्सियत तो। इस तरह अपनी ऑप्शन सी करैक्ट है जी। अगला प्रश्न लेंदे हैं जी, इफ वी वांट टू जनरेट अ क्रिएटिव क्लाइमेट इन प्री स्कूल एंड एट होम वी शुड। हाँ जी, जेकर असी घर दे विच अते प्री स्कूल दे विच रचनात्मक माहौल पैदा करना चाहुंदे हां तां सानूं की करना चाहिदा है? तो अपना सही उत्तर है जी ऑप्शन डी, ऑल ऑफ दी अबव। रिस्पैक्ट टू चिल्ड्रन सुजैशनस, बच्चे दी जिहड़ियां सुजैशनस ने सुझाव ने उन्हां दा आदर करना चाहिदा है। गिव एनफ टाइम टू चिल्ड्रन टू कंप्लीट एन एक्टिविटी, बच्चों नूं एक गतिविधि नूं पूरा करने दे लई जिहड़ा उचित समा काफ़ी समा वो प्रदान करना चाहिदा है जी। एनकरेज द चिल्ड्रन, बच्चों नूं उत्साहित करना चाहिदा है।
इस तरह अपनी ऑप्शन डी है बिल्कुल करैक्ट है जी। अगला प्रश्न लेंदे हाँ जी। रीड द सेंटेंस एंड टिक द करैक्ट वन। हाँ जी, अपने सेंटेंस रीड करने ने तो इन्हों के विचों सही है जोड़ा वो दसना है जी। तो अपना इस क्वेश्चन का सही उत्तर है जी ऑप्शन ए, ਓਪਰਚੁਨਿਟੀਜ਼ फॉर फ्री प्ले फोस्टर क्रिएटिविटी इन चिल्ड्रन। ਬੱਚਿਆਂ ਦੇ ਵਿੱਚ ਜਿਹੜੀ ਕ੍ਰੀਏਟੀਵਿਟੀ ਆ ਉਸ ਨੂੰ ਵਧਾਉਂਦੀ ਹੈ ਜੀ। ਕੀ ਵਧਾਉਂਦੀ ਹੈ? ਫ੍ਰੀ ਪਲੇ ਦੇ ਜਿਹੜੇ ਮੌਕੇ ਨੇ, ਜੇਕਰ ਬੱਚਿਆਂ ਨੂੰ ਫ੍ਰੀ ਪਲੇ ਦੇ ਖੁੱਲੀ ਖੇਡ ਦੇ ਮੌਕੇ ਦਿੱਤੇ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਬੱਚਿਆਂ ਦੇ ਵਿੱਚ ਜਿਹੜੀ ਕ੍ਰੀਏਟੀਵਿਟੀ ਆ ਉਹ ਵੱਧਦੀ ਹੈ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਬਾਕੀ ਦੀਆਂ ਜਿਹੜੀਆਂ ਸਾਰੀਆਂ ਆਪਸ਼ਨਸ ਨੇ ਉਹ ਇਨਕਰੈਕਟ ਨੇ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। हाँ जी, एक प्री स्कूल ਦੇ ਵਿੱਚ ਜਿਹੜੇ ਬੱਚੇ ਨੇ ਉਹ ਸੈਮੀ ਸਰਕਲ ਦੇ ਵਿੱਚ ਬੈਠੇ ਹੁੰਦੇ ਹਨ। ਪ੍ਰੀ ਸਕੂਲ ਦੀ ਜਿਹੜੀ ਟੀਚਰ ਹੈ ਜੀ ਉਹ ਇੱਕ ਸਟੋਰੀ ਹੈ ਉਹ ਸ਼ੁਰੂ ਕਰਦੀ ਹੈ ਜੀ। ਉਹਨਾਂ ਨੂੰ ਇੱਕ ਸੈਂਟੈਂਸ ਬੋਲ ਕੇ ਉਹ ਸਟੋਰੀ ਸ਼ੁਰੂ ਕਰਦੀ ਹੈ ਅਤੇ ਬੱਚਿਆਂ ਨੂੰ ਉਹ ਸਟੋਰੀ ਅੱਗੇ ਕੰਪਲੀਟ ਕਰਨ ਦੇ ਲਈ ਹੋਰ ਸੈਂਟੈਂਸ ਬੋਲ ਕੇ ਕਹਿੰਦੀ ਹੈ ਜੀ। ਸ਼ੀ ਵਾਸ ਟਰਾਈਂਗ ਟੂ ਡਿਵੈਲਪ, ਤਾਂ ਬੱਚਿਆਂ ਦੇ ਵਿੱਚ ਉਹ ਇਸ ਗਤੀਵਿਧੀ ਦੁਆਰਾ ਕੀ ਵਿਕਸਿਤ ਕਰਨਾ ਚਾਹੁੰਦੀ ਹੈ ਜੀ, ਕਿਸ ਦਾ ਵਿਕਾਸ ਕਰਨਾ ਚਾਹੁੰਦੀ ਹੈ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਸੀ, ਬੋਥ ਆਫ ਦੀ ਅਬਵ। ਇਹਨਾਂ ਦੋਨਾਂ ਦਾ ਹੀ ਵਿਕਾਸ ਕਰਨਾ ਚਾਹੁੰਦੀ ਹੈ ਜੀ। ਬੱਚਿਆਂ ਦੇ ਵਿੱਚ ਸਿਰਜਣਾਤਮਕ ਸੋਚ ਨੂੰ ਪੈਦਾ ਕਰਨਾ ਚਾਹੁੰਦੀ ਹੈ। ਸਿਰਜਣਾਤਮਕ ਜਿਹੜੀ ਮੂਵਮੈਂਟ ਹੈ ਜੀ ਉਸ ਨੂੰ ਪੈਦਾ ਕਰਨਾ ਚਾਹੁੰਦੀ ਹੈ ਜੀ, ਸਿਰਜਣਾਤਮਕ ਗਤੀ ਨੂੰ। ਇਸ ਤਰ੍ਹਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਰੀਡ ਦਾ ਫੋਲੋਇੰਗ ਸੈਂਟੈਂਸ ਐਂਡ ਟਿਕ ਦਾ ਕਰੈਕਟ ਵਨ। ਹਾਂਜੀ, ਇਹਨਾਂ ਦੇ ਵਿੱਚੋਂ ਆਪਾਂ ਨੇ ਸਹੀ ਸੈਂਟੈਂਸ ਦੱਸਣਾ ਹੈ ਜੀ। ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਏ, ਕ੍ਰੀਏਟੀਵਿਟੀ ਇਜ਼ ਨੋਟ ਸਿਨੋਨੀਮਸ ਵਿਦ ਇੰਟੈਲੀਜੈਂਸ। ਜਿਹੜੀ ਸਿਰਜਣਾਤਮਕਤਾ ਹੈ ਉਹ ਬੁੱਧੀ ਦਾ ਸਮਾਨ ਅਰਥ ਨਹੀਂ ਹੈ ਜੀ। ਇਹ ਜਿਹੜੀ ਸੈਂਟੈਂਸ ਹੈ, ਜਿਹੜਾ ਸਟੇਟਮੈਂਟ ਹੈ ਇਹ ਕਰੈਕਟ ਹੈ ਜੀ ਬਿਲਕੁਲ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਦ ਕੰਸੈਪਟ ਆਫ ਡਾਈਵਰਜੈਂਟ ਐਂਡ ਕਨਵਰਜੈਂਟ ਥਿੰਕਿੰਗ ਵਾਜ਼ ਗਿਵਨ ਬਾਏ। ਹਾਂਜੀ, ਜਿਹੜੀ ਅਲੱਗ ਸੋਚ ਅਤੇ ਅਭਿਸਾਰੀ ਸੋਚ ਦੀ ਜਿਹੜੀ ਧਾਰਨਾ ਹੈ ਇਹ ਕਿਸ ਦੁਆਰਾ ਦਿੱਤੀ ਗਈ ਸੀ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਏ, ਜੇ.ਪੀ. ਗਿਲਫੋਰਡ ਦੇ ਦੁਆਰਾ ਇਹ ਦਿੱਤੀ ਗਈ ਸੀ ਜੀ ਧਾਰਨਾ ਡਾਈਵਰਜੈਂਟ ਅਤੇ ਕਨਵਰਜੈਂਟ ਥਿੰਕਿੰਗ ਦੀ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਇਫ ਅ ਨਰਸਰੀ ਟੀਚਰ ਆਇਡੈਂਟੀਫਾਈਜ਼ ਓਬਜ਼ਰਵਜ਼ ਸਮ ਆਫ ਦਾ ਬਿਹੇਵੀਅਰ ਕੰਸਰਨਿੰਗ ਵਿਜ਼ੂਅਲ ਇੰਪੇਅਰਮੈਂਟ ਦੈਨ ਦਾ ਟੀਚਰ ਸ਼ੁੱਡ ਅਡੋਪਟ ਦਾ ਫੋਲੋਇੰਗ। ਜੇਕਰ ਇੱਕ ਨਰਸਰੀ ਅਧਿਆਪਕ ਬੱਚੇ ਦੇ ਵਿੱਚ ਦ੍ਰਿਸ਼ਟੀ ਸੰਬੰਧੀ ਜਿਹੜਾ ਵਿਕਾਰ ਆ ਉਹ ਦੇਖਦਾ ਹੈ ਜੀ, ਤਾਂ ਇੱਕ ਅਧਿਆਪਕ ਨੂੰ ਕਿਸ ਨੂੰ ਅਪਣਾਉਣਾ ਚਾਹੀਦਾ ਹੈ ਜੀ ਇਹਨਾਂ ਦੇ ਵਿੱਚੋਂ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ, ਆਲ ਆਫ ਦੀ ਅਬਵ। ਮੇਕ ਦਾ ਚਾਈਲਡ ਸਿਟ ਇਨ ਫਰੰਟ ਰੋ, ਬੱਚੇ ਨੂੰ ਪਹਿਲੀ ਰੋ ਦੇ ਵਿੱਚ ਬਿਠਾਉਣਾ ਚਾਹੀਦਾ ਹੈ। ਯੂਜ਼ ਸਮ ਆਡੀਟਰੀ ਐਂਡ ਟੈਕਟਾਈਲ ਏਡਸ, ਛੂਹਣ ਵਾਲੀਆਂ ਅਤੇ ਜਿਹੜੀਆਂ ਸੁਣਨ ਵਾਲੀਆਂ ਜਿਹੜੀਆਂ ਏਡਸ ਨੇ ਉਹਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜੀ ਸਮੱਗਰੀ ਦੀ। ਯੂਜ਼ ਮੋਰ ਲੈਂਗੁਏਜ ਐਂਡ ਵਰਬਲ ਕਲੂਜ਼, ਹੋਰ ਜਿਹੜੇ ਲੈਂਗੁਏਜ ਭਾਸ਼ਾ ਹੈ ਜਿਹੜੀ ਅਤੇ ਹੋਰ ਮੌਖਿਕ ਜਿਹੜੇ ਸੁਰਾਗ ਨੇ ਉਹਨਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜੀ। ਇਸ ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਇਫ ਅ ਨਰਸਰੀ ਟੀਚਰ ਆਇਡੈਂਟੀਫਾਈਜ਼ ਓਬਜ਼ਰਵਜ਼ ਸਮ ਆਫ ਦਾ ਬਿਹੇਵੀਅਰ ਕੰਸਰਨਿੰਗ ਹੀਅਰ ਇੰਪੇਅਰਮੈਂਟ ਦੈਨ ਦਾ ਟੀਚਰ ਸ਼ੁੱਡ ਅਡੋਪਟ ਦਾ ਫੋਲੋਇੰਗ। ਜੇਕਰ ਆਪਣੀ ਜਮਾਤ ਦੇ ਵਿੱਚ ਇੱਕ ਨਰਸਰੀ ਅਧਿਆਪਕ ਕਿਸੇ ਬੱਚੇ ਦੇ ਵਿੱਚ ਸੁਣਨ ਸੰਬੰਧੀ ਵਿਕਾਰ ਵਾਲਾ ਵਿਵਹਾਰ ਦੇਖਦਾ ਹੈ ਜੀ, ਤਾਂ ਅਧਿਆਪਕ ਨੂੰ ਇਹਨਾਂ ਦੇ ਵਿੱਚੋਂ ਕੀ ਅਪਣਾਉਣਾ ਚਾਹੀਦਾ ਹੈ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਡੀ, ਆਲ ਆਫ ਦੀ ਅਬਵ। ਮੇਕ ਦਾ ਚਾਈਲਡ ਸਿਟ ਇਨ ਫਰੰਟ ਰੋ, ਬੱਚੇ ਨੂੰ ਅੱਗੇ ਵਾਲੀ ਰੋ ਦੇ ਵਿੱਚ ਬਿਠਾਉਣਾ ਚਾਹੀਦਾ ਹੈ। ਟਾਕ ਲਾਊਡਲੀ, ਉੱਚੀ ਆਵਾਜ਼ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ ਜੀ ਬੱਚੇ ਨਾਲ। ਯੂਜ਼ ਐਕਸ਼ਨ ਓਰੀਐਂਟਡ ਸਿਚੁਏਸ਼ਨਸ, ਆਪਣੇ ਆਪ ਨੂੰ ਇਸ ਤਰ੍ਹਾਂ ਐਡਜਸਟ ਕਰਨਾ ਚਾਹੀਦਾ ਹੈ ਕਿ ਬੱਚਾ ਆਸਾਨੀ ਦੇ ਨਾਲ ਸੁਣ ਸਕੇ। ਤਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਲੋਕੋਮੋਟਰ ਡਿਸੇਬਿਲਿਟੀ ਮੀਨਸ, ਹਾਂਜੀ ਹਰਕਤ ਵਿਕਲਾਂਗਤਾ ਦਾ ਮਤਲਬ ਹੈ। ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਏ, ਡਿਸੇਬਿਲਿਟੀ ਆਫ ਦਾ ਬੋਨਸ ਜੁਆਇੰਟਸ ਐਂਡ ਮਸਲਸ। ਹਾਂਜੀ, ਹੱਡੀਆਂ ਜੋੜਾਂ ਅਤੇ ਮਾਸਪੇਸ਼ੀਆਂ ਦੀ ਵਿਕਲਾਂਗਤਾ ਕਿਹਾ ਜਾਂਦਾ ਹੈ ਜੀ ਲੋਕੋਮੋਟਰ ਡਿਸੇਬਿਲਿਟੀ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਵਿਚ ਡਿਵਾਈਸ ਇਜ਼ ਯੂਜ਼ਡ ਬਾਈ ਬਲਾਈਂਡ ਚਾਈਲਡ ਟੂ ਰੀਡ। ਹਾਂਜੀ, ਇੱਕ ਦ੍ਰਿਸ਼ਟੀਹੀਨ ਬੱਚੇ ਦੁਆਰਾ ਪੜ੍ਹਨ ਦੇ ਲਈ ਇਹਨਾਂ ਦੇ ਵਿੱਚੋਂ ਕਿਹੜੀ ਯੁਕਤੀ ਅਪਣਾਈ ਜਾ ਸਕਦੀ ਹੈ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸੀ, ਬ੍ਰੇਲ ਜਿਹੜਾ ਸਿਸਟਮ ਹੈ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ ਇੱਕ ਦ੍ਰਿਸ਼ਟੀਹੀਨ ਬੱਚੇ ਲਈ ਪੜ੍ਹਨ ਦੇ ਲਈ। ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਇਨ ਆਂਗਣਵਾੜੀ ਸੈਂਟਰ ਪ੍ਰੀ ਸਕੂਲ ਐਕਟੀਵਿਟੀਜ਼ ਹੈਵ ਟੂ ਬੀ ਔਰਗੇਨਾਈਜ਼ਡ ਫॉर ਚਿਲਡਰਨ ਆਫ। ਹਾਂਜੀ, ਇੱਕ ਆਂਗਣਵਾੜੀ ਸੈਂਟਰ ਦੇ ਵਿੱਚ ਪ੍ਰੀ ਸਕੂਲ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਕਿਸ ਉਮਰ ਦੇ ਬੱਚਿਆਂ ਦੇ ਲਈ।
ਤਾਂ ਆਪਣਾ ਸਹੀ ਉੱਤਰ ਹੈ ਜੀ 3 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਜੀ। ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਦੀ ਇੰਡੀਵਿਜੂਅਲ ਮੈਥਡਸ ਆਫ ਸਟੱਡਿੰਗ ਚਾਈਲਡ ਬਿਹੇਵੀਅਰ ਇਨਕਲੂਡਸ, ਹਾਂਜੀ ਜਿਹੜੀਆਂ ਵਿਅਕਤੀਗਤ ਵਿਧੀ ਕਿਹੜੀ ਹੈ ਜੀ ਬੱਚੇ ਦੇ ਵਿਵਹਾਰ ਦਾ ਅਧਿਐਨ ਕਰਨ ਦੇ ਲਈ ਇਹਨਾਂ ਦੇ ਵਿੱਚੋਂ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਆਲ ਆਫ ਦੀ ਅਬਵ। ਆਬਜ਼ਰਵੇਸ਼ਨ ਮੈਥਡ ਨਿਰੀਖਣ ਜਿਹੜੀ ਵਿਧੀ ਹੈ, ਐਨਕੇਡੋਟਲ ਮੈਥਡ ਹਿਕਾਇਤ ਵਿਧੀ ਹੈ ਜੀ, ਕੇਸ ਸਟੱਡੀ ਮੈਥਡ ਕੇਸ ਸਟੱਡੀ ਜਿਹੜਾ ਵਿਧੀ ਹੈ, ਇਹਨਾਂ ਸਾਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਜੀ। ਵਿਅਕਤੀਗਤ ਵਿਧੀਆਂ ਨੇ ਇਹ ਬੱਚੇ ਦੇ ਵਿਵਹਾਰ ਦੇ ਅਧਿਐਨ ਦੇ ਲਈ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਸਟੈਨਫੋਰਡ ਬਿਨੇ ਇੰਟੈਲੀਜੈਂਸ ਟੈਸਟ ਇਜ਼ ਯੂਜ਼ਡ ਫॉर ਅਸੈਸਿੰਗ, ਹਾਂਜੀ ਜਿਹੜਾ ਸਟੈਨਫੋਰਡ ਬਿਨੇ ਬੁੱਧੀ ਦਾ ਜਿਹੜਾ ਪ੍ਰੀਖਣ ਹੈ ਜੀ ਇਹ ਕਿਸ ਦੇ ਮੁਲਾਂਕਣ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਏ ਚਾਈਲਡ ਜਰਨਲ ਇੰਟੈਲੈਕਚੁਅਲ ਅਬਿਲਿਟੀ, ਬੱਚੇ ਦੀ ਜਿਹੜੀ ਆਮ ਬੌਧਿਕ ਯੋਗਤਾ ਹੈ ਉਸ ਦਾ ਮੁਲਾਂਕਣ ਕਰਨ ਦੇ ਲਈ ਇਹ ਟੈਸਟ ਵਰਤਿਆ ਜਾਂਦਾ ਹੈ ਜੀ ਸਟੈਨਫੋਰਡ ਬਿਨੇ ਇੰਟੈਲੀਜੈਂਸ। ਇਸ ਤਰ੍ਹਾਂ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਇਵੈਲੂਏਸ਼ਨ ਆਫ ਚਿਲਡਰਨ ਇਨ ਪ੍ਰੀ ਸਕੂਲ ਪ੍ਰੋਗਰਾਮ ਸ਼ੁੱਡ ਬੀ ਬੇਸਡ ਔਨ, ਹਾਂਜੀ ਜਿਹੜਾ ਬੱਚਿਆਂ ਦਾ ਅੰਕਲਨ ਹੈ ਪ੍ਰੀ ਸਕੂਲ ਦੇ ਬੱਚਿਆਂ ਦਾ ਅੰਕਲਨ ਉਹ ਕਿਸ 'ਤੇ ਆਧਾਰਿਤ ਹੋਣਾ ਚਾਹੀਦਾ ਹੈ ਇਹਨਾਂ ਦੇ ਵਿੱਚੋਂ। ਤਾਂ ਆਪਣਾ ਇਸ ਕੁਐਸਚਨ ਦਾ ਸਹੀ ਉੱਤਰ ਹੈ ਜੀ ਆਪਸ਼ਨ ਡੀ। ਉਪਰੋਕਤ ਸਾਰੇ ਜਿਹੜੀਆਂ ਆਪਸ਼ਨਸ ਕਰੈਕਟ ਨੇ ਜੀ। ਬੱਚਿਆਂ ਦਾ ਜਿਹੜਾ ਮੁਲਾਂਕਣ ਹੈ ਪ੍ਰੀ ਸਕੂਲ ਦੇ ਬੱਚਿਆਂ ਦਾ ਮੁਲਾਂਕਣ ਉਹ ਇਹਨਾਂ 'ਤੇ ਆਧਾਰਿਤ ਹੋਣਾ ਚਾਹੀਦਾ ਹੈ ਜੀ। ਇਨਫੋਰਮਲ ਇਵੈਲੂਏਸ਼ਨ ਟੈਕਨੀਕ ਹੋਣੀ ਚਾਹੀਦੀ ਹੈ, ਗੈਰ ਨਿਯਮਿਤ ਅੰਕਲਨ ਤਕਨੀਕ ਹੋਣੀ ਚਾਹੀਦੀ ਹੈ ਜਿਵੇਂ ਕਿ ਆਬਜ਼ਰਵੇਸ਼ਨ, ਗਰੁੱਪ ਗੇਮਸ, ਕੁਇਜ਼। ਇਸ ਤੋਂ ਇਲਾਵਾ ਪੇਪਰ ਪੈਨਸਿਲ ਜਿਹੜਾ ਟੈਸਟ ਆ ਉਸ ਨੂੰ ਅਵੋਇਡ ਕਰਨਾ ਚਾਹੀਦਾ ਹੈ, ਉਸ ਤੋਂ ਬਚਣਾ ਚਾਹੀਦਾ ਹੈ। ਟਾਈਮ ਬਾਉਂਡ ਟੈਸਟ, ਕੰਟੀਨਿਊਸ ਫੀਡਬੈਕ ਹੋਣਾ ਚਾਹੀਦਾ ਹੈ ਜੀ। ਇਸ ਤਰ੍ਹਾਂ ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਏ ਕਰੈਕਟ ਹੈ ਜੀ। ਆਪਸ਼ਨ ਡੀ ਸੌਰੀ ਆਲ ਆਫ ਦੀ ਅਬਵ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਵਿਚ ਅਮੰਗ ਦਾ ਫੋਲੋਇੰਗ ਇਜ਼ ਨਾਟ ਦਾ ਟੂਲ ਆਫ ਚਾਈਲਡ ਵੈਲੂਏਸ਼ਨ, ਹਾਂਜੀ ਇਹਨਾਂ ਦੇ ਵਿੱਚੋਂ ਬੱਚੇ ਦੇ ਅੰਕਲਨ ਦਾ ਟੂਲ ਕਿਹੜਾ ਨਹੀਂ ਹੈ ਜੀ ਉਹ ਦੱਸਣਾ ਹੈ ਜੀ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਡੀ ਪ੍ਰੀ ਸਕੂਲ ਪ੍ਰੋਗਰਾਮ ਪਲੈਨਿੰਗ, ਇਹ ਬੱਚੇ ਦੇ ਅੰਕਲਨ ਦਾ ਟੂਲ ਨਹੀਂ ਹੈ ਜੀ। ਬਾਕੀ ਸਾਰੇ ਬੱਚੇ ਦੇ ਅੰਕਲਨ ਦੇ ਟੂਲ ਨੇ, ਜਿਸ ਤਰ੍ਹਾਂ ਕਿ ਐਨਕੇਡੇਟਡ ਰਿਕਾਰਡਸ ਨੂੰ ਮੇਨਟੇਨ ਕਰਨਾ, ਹਿਕਾਇਤੀ ਰਿਕਾਰਡ ਨੂੰ, ਚਾਈਲਡ ਆਬਜ਼ਰਵੇਸ਼ਨ ਬੱਚੇ ਦਾ ਨਿਰੀਖਣ ਕਰਨਾ, ਚੈੱਕ ਲਿਸਟ ਦੀ ਵਰਤੋਂ ਕਰਨਾ, ਰੇਟਿੰਗ ਸਕੇਲ ਦੀ। ਇਸ ਤਰ੍ਹਾਂ ਇਹ ਸਾਰੇ ਹੀ ਯੂਜ਼ ਕੀਤੇ ਜਾਂਦੇ ਨੇ। ਇਸ ਕੁਐਸਚਨ ਦੇ ਅਕੋਰਡਿੰਗ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਇਵੈਲੂਏਟਿੰਗ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਸੈਂਟਰ ਇਨਕਲੂਡਸ, ਹਾਂਜੀ ਜਿਹੜਾ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ ਸੈਂਟਰ ਹੈ ਉਸ ਦਾ ਅੰਕਲਨ, ਉਸ ਦੇ ਅੰਕਲਨ ਦੇ ਵਿੱਚ ਕੀ ਸ਼ਾਮਿਲ ਹੁੰਦਾ ਹੈ ਜੀ ਇਹਨਾਂ ਦੇ ਵਿੱਚੋਂ। ਤਾਂ ਆਪਣਾ ਰਾਈਟ ਆਨਸਰ ਹੈ ਜੀ ਆਪਸ਼ਨ ਡੀ, ਇਹ ਸਾਰੇ ਹੀ ਸ਼ਾਮਿਲ ਹੁੰਦੇ ਹਨ ਜੀ ਇੱਕ ECCE ਸੈਂਟਰ ਦੇ ਮੁਲਾਂਕਣ ਦੇ ਲਈ, ਅੰਕਲਨ ਦੇ ਲਈ। ਜਿਵੇਂ ਕਿ ਇਵੈਲੂਏਟਿੰਗ ਕਲੀਨਲੀਨੈਸ ਐਂਡ ਹਾਈਜੀਨ ਸੈਂਟਰ ਦੇ ਵਿੱਚ ਸਫਾਈ ਦਾ ਅੰਕਲਨ ਕਰਨਾ ਜੀ। ਪਾਠਕ੍ਰਮ ਹੈ ਜਿਹੜਾ ਬੱਚਿਆਂ ਦਾ ਉਸ ਦਾ ਅੰਕਲਨ ਕਰਨਾ। ਇਸ ਤੋਂ ਇਲਾਵਾ ਸਪੇਸ ਐਂਡ ਪਲੇ ਮਟੀਰੀਅਲ, ਬੱਚੇ ਨੂੰ ਜਿਹੜਾ ਪਲੇ ਮਟੀਰੀਅਲ ਪ੍ਰੋਵਾਈਡ ਕੀਤਾ ਗਿਆ ਹੈ, ਸਪੇਸ ਹੈ ਉਸ ਦਾ ਅੰਕਲਨ ਕਰਨਾ, ਇਹ ਸਾਰੇ ਹੀ ਸ਼ਾਮਿਲ ਹਨ। ਇਸ ਤਰ੍ਹਾਂ ਆਪਣੀ ਆਪਸ਼ਨ ਡੀ ਕਰੈਕਟ ਹੈ ਜੀ। ਅਗਲਾ ਪ੍ਰਸ਼ਨ ਲੈਂਦੇ ਹਾਂ ਜੀ। ਨੈਸ਼ਨਲ ਪਾਲਿਸੀ ਫॉर ਚਿਲਡਰਨ 1974 ਹੈਜ਼ ਬੀਨ ਰਿਵਾਈਜ਼ਡ ਇਨ, ਹਾਂਜੀ ਜਿਹੜੀ ਨੈਸ਼ਨਲ ਪਾਲਿਸੀ ਬਣਾਈ ਗਈ ਸੀ ਬੱਚਿਆਂ ਦੇ ਲਈ 1974, ਇਸ ਨੂੰ ਕਦੋਂ ਰਿਵਾਈਜ਼ ਕੀਤਾ ਗਿਆ ਹੈ, ਪੁਨਰ ਸਥਾਪਿਤ ਕੀਤਾ ਗਿਆ ਹੈ। ਤਾਂ ਆਪਣਾ ਸਹੀ ਉੱਤਰ ਹੈ ਜੀ ਆਪਸ਼ਨ ਸੀ 2013 ਦੇ ਵਿੱਚ। ਇਸ ਤਰ੍ਹਾਂ ਆਪਣੀ ਆਪਸ਼ਨ ਸੀ ਕਰੈਕਟ ਹੈ ਜੀ। ਫਰੈਂਡਸ ਇਸ ਦੇ ਨਾਲ ਹੀ ਆਪਣੀ ਇਹ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ। ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਨੈਕਸਟ ਵੀਡੀਓ ਦੇ ਵਿੱਚ ਫਰਵਰੀ 2019 ਰਾਜਸਥਾਨ ਦਾ ਜਿਹੜਾ ਪ੍ਰੀਵੀਅਸ ਐਂਟੀਟੀ ਦਾ ਪੇਪਰ ਉਹ ਲੈ ਕੇ ਹਾਜ਼ਰ ਹੋਵਾਂਗੇ ਜੀ। ਥੈਂਕ ਯੂ ਫॉर ਵਾਚਿੰਗ।